ਆਇਆਂ ਨੂੰ ਖੁਸ਼ਾਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਮੈਂ ਕਰਦਾ ਹਾਂ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ, ਤਾਂ ਜੋ ਸਹੀ ਸਮੇਂ ਤੇ ਮਿਲ ਸਕੇ ਤੁਹਾਨੂੰ ਸਹੀ ਸਲਾਹ। ਤੇ ਅੱਜ ਅਸੀਂ ਚਰਚਾ ਕਰਨ ਵਾਲੇ ਹਾਂ ਖੇਡਾਂ ਦੌਰਾਨ ਕਮਰ ਦਰਦ ਯਾਨੀ ਸਪੋਰਟਸ ਇੰਜਰੀ ਜਾਂ ਸਪਾਈਨ ਇੰਜਰੀ ਬਾਰੇ, ਤੇ ਉਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ। ਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ NHS ਹਸਪੀਟਲ ਜਲੰਧਰ ਤੋਂ ਨੇ ਸਪਾਈਨ ਐਂਡ ਨਿਊਰੋ ਸਰਜਨ ਡਾਕਟਰ ਨਵੀਨ ਚਿਤਕਾਰਾ। ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਡਾਕਟਰ ਸਾਹਿਬ, ਅੱਜ ਦਾ ਜਿਹੜਾ ਵਿਸ਼ਾ ਹੈ, ਪਹਿਲੇ ਤਾਂ ਇਹੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਕਿਹੜੀਆਂ ਖੇਡਾਂ ਵਿੱਚ ਸਪਾਈਨ ਇੰਜਰੀ ਦਾ ਜਾਂ ਕਮਰ ਦਰਦ ਦਾ ਜਿਹੜਾ ਹੈ ਉਹ ਖਦਸ਼ਾ ਜਾਂ ਖਤਰਾ ਜਿਹੜਾ ਉਹ ਰਹਿੰਦਾ ਹੈ। ਐਕਚੁਅਲੀ ਜੋ ਸਪੋਰਟਸ ਇੰਜਰੀ ਹੈ, ਉਹ ਚਾਹੇ ਅਸੀਂ ਆਊਟਡੋਰ ਕੋਈ ਵੀ ਸਪੋਰਟਸ ਲੈ ਲਈਏ ਜਾਂ ਇਨਡੋਰ ਐਕਸਰਸਾਈਜ਼ ਕਰਨਾ ਜੋ ਜਿਮ ਦੇ ਵਿੱਚ ਹੈ, ਕਿਸੇ ਵੀ ਇਸ ਤਰ੍ਹਾਂ ਦੀ ਸਪੋਰਟਸ ਦੇ ਵਿੱਚ ਜੋ ਸਪਾਈਨ ਨੂੰ ਇੰਜਰੀ ਤਾਂ ਹੋ ਹੀ ਸਕਦੀ ਹੈ। ਕਮਰ ਦਾ ਦਰਦ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫੈਕਟਰ ਹੈ, ਜਿਹਦੇ ਕਰਕੇ ਸਪੋਰਟਸਮੈਨ ਆਪਣੀ ਜੋ ਉਹਨਾਂ ਦੀ ਲਾਈਫ ਹੈ, ਸਪੋਰਟਸ ਦੀ ਲਾਈਫ ਹੈ, ਉਹ ਤੋਂ ਬਾਹਰ ਹੋ ਜਾਂਦੇ ਨੇ। ਸੋ ਜਦੋਂ ਵੀ ਅਸੀਂ ਕੋਈ ਸਪੋਰਟਸ ਕਰ ਰਹੇ ਹਾਂ ਤੇ ਜੇ ਆਪਣੀ ਕਮਰ ਦਾ ਅਸੀਂ ਧਿਆਨ ਰੱਖ ਲਾਂਗੇ ਤੇ ਕਮਰ ਦੀ ਇੰਜਰੀ ਨੂੰ ਅਸੀਂ ਬਚਾਓ ਕਰ ਲਾਂਗੇ ਤੇ ਉਹ ਸਾਡੀ ਸਪੋਰਟਸ ਲਾਈਫ ਦੇ ਲਈ ਬਹੁਤ ਵਧੀਆ ਹੈ। ਪਰ ਇਹਦੇ ਵਿੱਚ ਡਾਕਟਰ ਸਾਹਿਬ ਖਾਸ ਤੌਰ 'ਤੇ ਜੇ ਦੇਖਿਆ ਜਾਏ ਆਊਟਡੋਰ ਸਪੋਰਟਸ ਦੀ ਮੈਂ ਗੱਲ ਕਰਾਂ ਤੇ ਆਊਟਡੋਰ ਸਪੋਰਟਸ ਦੇ ਵਿੱਚ ਸਪਾਈਨ ਇੰਜਰੀ ਦੇ ਜਿਹੜੇ ਸਿੰਪਟਮਸ ਨੇ ਉਹਦੀ ਥੋੜ੍ਹੀ ਡਿਟੇਲ ਜਾਣਨਾ ਚਾਹਾਂਗਾ ਕਿ ਉਹ ਸਿੰਪਟਮਸ ਕਿਹੜੇ ਹੁੰਦੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਹਾਂ ਭਾਈ ਇਹ ਆਊਟਡੋਰ ਸਪੋਰਟਸ ਦੇ ਵਿੱਚ ਸਪਾਈਨ ਇੰਜਰੀ ਜਿਹੜੀ ਹੈ ਹੋ ਗਈ ਹੈ, ਕਮਰ ਦੇ ਵਿੱਚ ਦਰਦ ਜਿਹੜਾ ਹੈ ਉਹ ਹੋ ਰਿਹਾ ਹੈ। देखिए, ਜਿਹੜੀ ਵੀ ਆਊਟਡੋਰ ਸਪੋਰਟਸ ਹੈਗੀਆਂ ਉਹ ਬਹੁਤ ਜ਼ਿਆਦਾ ਐਕਟੀਵਿਟੀ ਇਨਵੋਲਵ ਕਰਦੀਆਂ, ਜੈਸੇ ਬੈਡਮਿੰਟਨ ਖੇਲਣਾ ਹੈ, ਫੁੱਟਬਾਲ ਹੈ, ਹਾਕੀ ਹੈ ਜਾਂ ਕ੍ਰਿਕਟ ਹੈ। ਅਤੇ ਇਹਦੇ ਵਿੱਚ ਜਦੋਂ ਵੀ ਤੁਹਾਨੂੰ ਆਪਣੇ ਦਿਨ ਦੀ ਪ੍ਰੈਕਟਿਸ ਜਾਂ ਆਪਣੇ ਦਿਨ ਦੀ ਜਦੋਂ ਵੀ ਤੁਸੀਂ ਆਪਣਾ ਖੇਡ ਖਤਮ ਕਰਕੇ ਵਾਪਸ ਆਏ ਹੋ, ਜੇ ਉਸ ਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਵੀ ਖਿਚਾਵਟ ਮਹਿਸੂਸ ਹੋਏ ਕਮਰ ਦੇ ਵਿੱਚ, ਅਤੇ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਵੀ ਤੁਹਾਡੀ ਐਕਟੀਵਿਟੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਰਹੀ, ਅਤੇ ਜਿਹਦੇ ਕਰਕੇ ਤੁਹਾਨੂੰ ਜੋ ਸਪੋਰਟਸ ਇੰਜਰੀ ਹੈ ਉਹ ਅੱਗੇ ਹੋ ਸਕਦੀ ਹੈ। ਸੋ ਪਹਿਲਾ ਜੋ ਸਿੰਪਟਮ ਹੈ ਉਹ ਹੈ ਕਿ ਇਹਨਾਂ ਨੂੰ ਰਾਤ ਨੂੰ ਜਦੋਂ ਲੇਟਣਗੇ ਵਾਪਸ ਆ ਕੇ ਤੇ ਇਹਨਾਂ ਨੂੰ ਕਮਰ ਦੇ ਵਿੱਚ ਖਿਚਾਵਟ ਜਾਂ ਦਰਦ ਦਾ ਮਹਿਸੂਸ ਹੋਣਾ ਸ਼ੁਰੂਆਤ ਹੋਏਗੀ। ਅੱਛਾ ਸਰ, ਇਹਦਾ ਤੁਸੀਂ ਜ਼ਿਕਰ ਕੀਤਾ, ਹੁਣ ਫੋਰ ਐਗਜ਼ਾਮਪਲ ਜਿਮ ਦੇ ਵਿੱਚ ਜੋ ਜਾਂਦੇ ਨੇ, ਜਿਵੇਂ ਤੁਸੀਂ ਹੁਣ ਐਕਸਰਸਾਈਜ਼ ਬਾਰੇ ਕਹਿ ਰਹੇ ਸੀ, ਜਾਂ ਜੋ ਵੇਟ ਲਿਫਟਿੰਗ ਕਰਦੇ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਹਾਂ ਸਪਾਈਨ ਦੀ ਇੰਜਰੀ ਜਿਹੜੀ ਆ ਉਹ ਹੋ ਗਈ ਹੈ? ਦੇਖिए, ਜਿਸ ਤਰ੍ਹਾਂ ਆਊਟਡੋਰ ਸਪੋਰਟ ਹੈ ਉਸੇ ਤਰ੍ਹਾਂ ਜੋ ਹੈਲਥ ਕਲੱਬ ਜਾਂ ਜੋ ਜਿਮ ਹੈਗੇ, ਉੱਥੇ ਵੀ ਜੋ ਯੰਗਸਟਰਸ ਹੈ ਜੋ ਜਾ ਕੇ ਆਪਣਾ ਕਾਫੀ ਜ਼ੋਰ ਲਗਾਉਣਾ ਸ਼ੁਰੂ ਕਰ ਦਿੰਦੇ ਨੇ, ਅਤੇ ਉਹਨਾਂ ਦੇ ਵਿੱਚ ਵੀ ਜੋ ਪਹਿਲਾ ਸਿੰਪਟਮ ਆਉਂਦਾ ਹੈ ਉਹ ਹੈ ਕਿ ਜਿਹੜੀ ਕਮਰ ਦੇ ਵਿੱਚ ਜਲਨ ਉਹਨਾਂ ਨੂੰ ਮਹਿਸੂਸ ਹੁੰਦੀ ਹੈ, ਜਾਂ ਜਿਸ ਤਰ੍ਹਾਂ ਹੁੰਦਾ ਨਾ ਕਿ ਕਿਸੇ ਨੇ ਪਿੱਛੇ ਅੱਗ ਲਗਾਈ ਹੋਏ ਕਮਰ ਦੇ ਵਿੱਚ, ਉਹ ਸਭ ਤੋਂ ਪਹਿਲਾ ਸਿੰਪਟਮ ਜਿਹੜੇ ਜਿਮ ਜਾਣ ਵਾਲੇ ਜੋ ਮੁੰਡੇ ਹੈਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਚੀਜ਼ ਮਹਿਸੂਸ ਹੁੰਦੀ ਹੈ। ਇਹਦੇ ਵਿੱਚ ਹੁਣ ਜੋ ਆਊਟਡੋਰ ਸਪੋਰਟਸ ਜਿਹੜੀਆਂ ਨੇ ਉਹ ਜੇ ਖੇਡ ਰਹੇ ਨੇ, ਉਹਨਾਂ ਨੂੰ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ ਤਾਂ ਕਿ ਇਹ ਪ੍ਰੋਬਲਮ ਨਾ ਆਵੇ? ਪ੍ਰੋਫੈਸ਼ਨਲ ਸਪੋਰਟਸਮੈਨ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਵੀ ਸਪੋਰਟਸ ਅਸੀਂ ਦੇਖ ਰਹੇ ਹਾਂ ਜਾਂ ਕੋਈ ਵੀ ਸਪੋਰਟਸ ਖੇਲ ਰਹੇ ਹਾਂ, ਉਹਦੇ ਵਿੱਚ ਇੱਕ ਗਰੁੱਪ ਆਫ ਮਸਲਸ ਹੈਗੇ ਜਿਹੜੇ ਇਸਤੇਮਾਲ ਹੁੰਦੇ ਨੇ, ਲੇਕਿਨ ਬੋਡੀ ਦੀ ਓਵਰਆਲ ਫਿਟਨੈਸ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਕੰਸਨਟਰੇਟ ਇਸ ਚੀਜ਼ 'ਤੇ ਕਰਨਾ ਚਾਹੀਦਾ ਹੈ ਕਿ ਰਨਿੰਗ, ਜੋਗਿੰਗ, ਬੋਡੀ ਦਾ ਵਾਰਮ ਅਪ, ਉਹ ਕੋਈ ਵੀ ਗੇਮ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਐਪਰੋਪਰੀਏਟ ਹੋਏ, ਅਤੇ ਜਿਹੜੀ ਪੇਟ ਦੇ ਬਲ ਲੇਟ ਕੇ ਜਿਸ ਤਰ੍ਹਾਂ ਇੱਕ ਭੁਜੰਗ ਆਸਨ ਹੁੰਦਾ ਹੈ, ਉਹ ਭੁਜੰਗ ਆਸਨ ਕਰਕੇ ਆਪਣੀ ਬੈਕ ਦੀ ਮਸਲਸ ਨੂੰ ਸਟਰੋਂਗ ਕੀਤਾ ਜਾਏ। ਜਦੋਂ ਵੀ ਸਪੋਰਟਸ ਲਈ ਆਪਾਂ ਜਾ ਰਹੇ ਹਾਂ ਤਾਂ ਉਸ ਤੋਂ ਪਹਿਲਾਂ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਕਰਨੀਆਂ। ਅਤੇ ਜਦੋਂ ਵੀ ਜਿਸ ਤਰ੍ਹਾਂ ਮੰਨ ਲਓ ਫੁੱਟਬਾਲ ਖੇਲਣਾ ਜਾਂ ਹਾਕੀ ਖੇਲਣਾ, ਇਸ ਦੇ ਵਿੱਚ ਸਾਨੂੰ ਖੇਲਣ ਦੇ ਦੌਰਾਨ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਪਰਟੀਕੂਲਰ ਮੂਵਮੈਂਟ ਦੇ ਨਾਲ ਸਾਨੂੰ ਪੇਨ ਜਾਂ ਖਿਚਾਵਟ ਮਹਿਸੂਸ ਹੋ ਰਹੀ ਹੈ ਕਮਰ ਦੇ ਵਿੱਚ, ਉਸ ਚੀਜ਼ ਨੂੰ ਥੋੜ੍ਹਾ ਧਿਆਨ ਦੇ ਨਾਲ ਕਰਨਾ ਚਾਹੀਦਾ। ਅਤੇ ਜੋ ਹੁਣ ਜਿਮ 'ਚ ਜਾ ਰਹੇ ਨੇ ਐਕਸਰਸਾਈਜ਼ ਕਰਨ ਤੋਂ ਪਹਿਲੇ, ਉਹ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਕਰਨ? ਪਹਿਲਾਂ ਬਿਲਕੁਲ ਰਿਲੈਕਸ ਹੋ ਕੇ ਸਾਨੂੰ ਇਸ ਚੀਜ਼ 'ਤੇ ਫੋਕਸ ਕਰਨਾ ਹੈ ਕਿ ਅੱਜ ਕਿਸ ਤਰ੍ਹਾਂ ਦੀ ਐਕਸਰਸਾਈਜ਼ ਅਸੀਂ ਕਰਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਕੋਈ ਬੰਦਾ ਬਾਈਸੈਪਸ ਕਰਨਾ ਚਾਹ ਰਿਹਾ, ਹੱਥਾਂ ਦੀ ਐਕਸਰਸਾਈਜ਼ ਕਰਨੀ ਹੈ, ਅਤੇ ਉਹਨਾਂ ਨੂੰ ਨਾ ਧਿਆਨ ਪਹਿਲਾਂ ਲਗਾ ਕੇ ਮੈਡੀਟੇਟ ਕਰਕੇ ਅੱਧਾ ਮਿੰਟ 1 ਮਿੰਟ ਲਗਾ ਕੇ ਆਪਣੀ ਸਾਰੀ ਜੋ ਫੋਕਸ ਹੈ ਉਹ ਉਸ ਮਸਲ ਦੇ ਉੱਪਰ ਕਰਨਾ ਚਾਹੀਦਾ ਹੈ ਜਿਸ ਚੀਜ਼ ਦੀ ਐਕਸਰਸਾਈਜ਼ ਉਹ ਜਿਮ ਦੇ ਵਿੱਚ ਕਰਨਾ ਚਾਹੁੰਦੇ ਨੇ। ਅਤੇ ਜਦੋਂ ਐਕਸਰਸਾਈਜ਼ ਅਸੀਂ ਸ਼ੁਰੂ ਕਰ ਰਹੇ ਹਾਂ, ਬਹੁਤ ਜ਼ਰੂਰੀ ਹੈ ਕਿ ਪਹਿਲਾਂ ਅਸੀਂ 2 4 5 7 ਮਿੰਟ ਲਗਾ ਕੇ ਪੂਰੀ ਬੋਡੀ ਨੂੰ ਵਾਰਮ ਅਪ ਕਰੀਏ। ਜਿੰਨੇ ਵੀ ਸਾਡੇ ਜੋੜ ਹੈਗੇ
ਉਹਨਾਂ ਦੀ ਮੂਵਮੈਂਟ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜ਼ਰੂਰ ਕਰੀਏ। ਇਹਦੇ ਵਿੱਚ ਪਰਟੀਕੁਲਰਲੀ ਜੋ ਸਭ ਤੋਂ ਇੰਪੋਰਟੈਂਟ ਹੈ ਉਹ ਐਕਸਟੈਂਸ਼ਨ ਹੈ, ਕਿ ਕੋਈ ਵੀ ਜੋੜ ਹੈ ਉਹਨੂੰ ਖਿੱਚਣਾ ਹੈ ਤਾਂ ਕਿ ਉਹ ਜਿਹੜੇ ਲਿਗਾਮੈਂਟਸ ਤੇ ਜੋ ਮਸਲਸ ਹੈਗੇ ਉਹ ਲੂਜ਼ ਹੋ ਜਾਣ। ਇੱਕ ਵਾਰੀ ਇਹ ਤੁਸੀਂ ਜਦੋਂ ਕਰ ਲਓਗੇ, ਫਿਰ ਕੋਈ ਵੀ ਐਕਸਰਸਾਈਜ਼ ਕਰਨ ਤੋਂ ਪਹਿਲਾਂ ਬੈਠ ਕੇ 2 ਮਿੰਟ ਸੋਚੋ, ਕੰਸਨਟਰੇਟ ਕਰੋ ਉਸ ਐਕਸਰਸਾਈਜ਼ ਬਾਰੇ ਜੋ ਤੁਸੀਂ ਕਰਨੀ ਹੈ, ਤੇ ਫਿਰ ਉਸ ਤੋਂ ਬਾਅਦ ਉਹ ਐਕਸਰਸਾਈਜ਼ ਕਰਨਾ ਸ਼ੁਰੂ ਕਰੋ। ਜਿਹੜਾ ਦੂਸਰਾ ਪੁਆਇੰਟ ਬਹੁਤ ਜ਼ਰੂਰੀ ਹੈ ਉਹ ਹੈਗਾ ਕਿ ਦੋਸਤਾਂ ਦੇ ਨਾਲ ਮਿਲ ਕੇ ਕੰਪੀਟੀਸ਼ਨ ਹੋ ਜਾਂਦਾ ਵੀ ਅੱਜ ਮੈਂ ਇੰਨਾ weight ਚੱਕਣਾ, ਅੱਜ ਮੈਂ ਇੰਨਾ weight ਚੱਕਣਾ। ਇਹ ਕੰਪੀਟੀਸ਼ਨ ਨਹੀਂ ਕਰਨਾ ਚਾਹੀਦਾ। ਸਾਡੇ ਲਈ ਜ਼ਰੂਰੀ ਕੀ ਹੈ ਕਿ ਮੇਰੀ ਬਾਡੀ ਕਿੰਨਾ weight ਚੱਕ ਸਕਦੀ ਹੈ। ਸਾਨੂੰ ਇੱਕ ਸੈੱਟ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਕਿ ਅੱਜ ਮੈਂ ਇੰਨਾ weight ਚੱਕਣਾ ਹੈ ਤੇ ਅਗਲੀ ਵਾਰੀ ਕਿੰਨਾ weight ਮੈਂ ਇੰਕਰੀਜ਼ ਕਰਕੇ, ਕਿੰਨੀ ਰੈਪੀਟੇਸ਼ਨਸ ਕਰਕੇ ਉਹ ਚੀਜ਼ ਨੂੰ ਵਧਾਉਣਾ ਹੈ। ਹੁੰਦਾ ਕੀ ਹੈ ਕਿ weight ਜ਼ਿਆਦਾ ਚੱਕਣ ਦੇ ਕੋਸ਼ਿਸ਼ ਦੇ ਵਿੱਚ ਬੰਦਾ ਆਪਣਾ ਝਟਕਾ ਮਾਰਦਾ ਹੈ, ਜਿਹਦੇ ਕਰਕੇ ਉਹ ਝਟਕਾ ਉਹਦੀ ਕਮਰ ਦੇ ਵਿੱਚ ਜਾ ਕੇ ਤੇ ਕਮਰ ਨੂੰ ਇੰਜਰੀ ਕਰਦਾ। ਜਦੋਂ ਜਿਮ ਦੇ ਵਿੱਚ ਅਸੀਂ ਐਕਸਰਸਾਈਜ਼ ਕਰ ਰਹੇ ਹਾਂ ਤੇ ਐਕਸਰਸਾਈਜ਼ 2 ਤਰ੍ਹਾਂ ਦੀ ਹੁੰਦੀ ਹੈ ਉੱਥੇ। ਇੱਕ ਹੈ ਜੋ ਮਸ਼ੀਨ ਦੇ ਨਾਲ ਅਸੀਂ ਐਕਸਰਸਾਈਜ਼ ਕਰਦੇ ਹਾਂ, ਤੇ ਇੱਕ ਐਕਸਰਸਾਈਜ਼ ਹੈ ਜੋ ਫ੍ਰੀ weight ਹੈਗੇ। ਫ੍ਰੀ weight ਫਿਰ ਉਹੀ ਜਿਹਦੇ ਵਿੱਚ ਤੁਸੀਂ ਬੋਡੀ weight ਇਸਤੇਮਾਲ ਕਰ ਰਹੇ ਹੋ ਜਾਂ ਤੁਸੀਂ weights ਇਸਤੇਮਾਲ ਕਰ ਰਹੇ ਹੋ। ਇਹਦੇ ਵਿੱਚ ਜਿਹੜੀ ਮਸ਼ੀਨ ਤੇ ਕਰਨ ਵਾਲੀ ਐਕਸਰਸਾਈਜ਼ ਹੈਗੀ ਉਹ ਫਿਰ ਵੀ ਸੇਫ ਹੈਗੀ, ਕਿਉਂਕਿ ਉਹ ਤੁਹਾਡੀ ਬੋਡੀ ਨੂੰ ਇੱਕ ਸਪੈਸੀਫਿਕ ਪੋਸਚਰ ਦੇ ਵਿੱਚ ਰੱਖ ਕੇ ਤੁਹਾਨੂੰ ਐਕਸਰਸਾਈਜ਼ ਕਰਵਾਉਂਦੀਆਂ ਨੇ, ਤੇ ਉਹਦੇ ਵਿੱਚ ਜੋ ਕਮਰ ਨੂੰ ਇੰਜਰੀ ਹੈ ਉਹ ਥੋੜੀ ਜਿਹੀ ਘੱਟ ਹੁੰਦੀ ਹੈ। ਸਭ ਤੋਂ ਜ਼ਿਆਦਾ ਜੋ ਡੇਂਜਰਸ ਹੈ ਉਹ ਵਾਲੀ ਹੈਗੀ ਜਿਹੜੀ ਫ੍ਰੀ weights ਦੇ ਨਾਲ ਅਸੀਂ ਐਕਸਰਸਾਈਜ਼ ਕਰਦੇ ਹਾਂ। ਉਹਦੇ ਵਿੱਚ ਕੀ ਹੈ ਕਿ ਰੋਡ ਲੈ ਕੇ ਜਾਂ ਡੰਬਲਸ ਦੇ ਨਾਲ ਅਸੀਂ ਝਟਕਾ ਮਾਰਦੇ ਹਾਂ ਜ਼ਿਆਦਾ weight ਚੱਕਣ ਦੇ ਲਈ। ਉਹਦਾ ਹੁੰਦਾ ਕੀ ਹੈ ਕਿ ਉਹ ਝਟਕਾ ਮਾਰਨ ਦੇ ਨਾਲ weight ਤਾਂ ਆਪਾਂ ਚੱਕ ਲੈਂਦੇ ਹਾਂ, ਲੇਕਿਨ ਉਹ ਜੋ ਸਾਡੀ ਸਪਾਈਨ ਹੈ ਉਹਨੂੰ ਇੰਜਰੀ ਹੋਣੀ ਸਟਾਰਟ ਹੋ ਜਾਂਦੀ ਹੈ। ਸੋ ਹਮੇਸ਼ਾ ਸਟਾਰਟ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਪਹਿਲਾਂ ਘੱਟ weight ਲੈ ਕੇ ਮਸਲ ਨੂੰ ਵਾਰਮ ਅਪ ਕਰ ਲਓ, ਆਪਣੀ ਸਪਾਈਨ ਨੂੰ ਬਿਲਕੁਲ ਸਟ੍ਰੇਟ ਰੱਖਣਾ ਹੈ। ਮੈਂ ਆਪਣੇ ਇੱਕ ਪੁਰਾਣੇ ਜਦੋਂ ਇੱਕ ਵਾਰੀ ਆਪਾਂ ਡਿਸਕਸ ਕੀਤਾ ਸੀਗਾ, ਮੈਂ ਇੱਕ ਰੂਲ ਦੱਸਿਆ ਸੀਗਾ ਕਿ ਕੰਨ, ਮੋਢਾ ਤੇ ਸ਼ੋਲਡਰ ਇੱਕ ਲਾਈਨ ਤੇ ਹਿਪਸ ਇਹ ਇੱਕ ਲਾਈਨ ਦੇ ਵਿੱਚ ਹੋਣੇ ਚਾਹੀਦੇ। ਜਦੋਂ ਅਸੀਂ ਕੋਈ ਵੀ ਐਕਸਰਸਾਈਜ਼ ਕਰ ਰਹੇ ਹਾਂ, ਚਾਹੇ ਉਹ ਮਸ਼ੀਨ ਦੇ ਲਈ ਮਸ਼ੀਨ ਦਾ ਇਸਤੇਮਾਲ ਕਰਕੇ weights ਆਪਾਂ ਕਰ ਰਹੇ ਹਾਂ ਜਾਂ ਫ੍ਰੀ weights ਕਰ ਰਹੇ ਹਾਂ, ਸਾਨੂੰ ਦੋਨੋਂ ਚੀਜ਼ਾਂ ਦੇ ਵਿੱਚ ਇਹ ਧਿਆਨ ਰੱਖਣਾ ਹੈ ਕਿ ਇਹ ਤਿੰਨੋਂ ਚੀਜ਼ਾਂ ਇੱਕੋ ਹੀ ਲਾਈਨ ਦੇ ਵਿੱਚ ਹੋਣ। ਜਦੋਂ ਅਸੀਂ ਕੋਈ ਵੀ ਐਕਸਰਸਾਈਜ਼ ਕਰਨੀ ਹੈ ਤੇ weights ਨੂੰ ਪਹਿਲਾਂ ਹਲਕੇ weights ਦੇ ਨਾਲ ਸ਼ੁਰੂਆਤ ਕਰਕੇ ਹੌਲੀ ਹੌਲੀ ਅਸੀਂ weights ਨੂੰ ਇੰਕਰੀਜ਼ ਕਰੀਏ, ਤੇ ਜਿਹੜੀ ਮੂਵਮੈਂਟ ਹੈ ਉਹਨੂੰ ਇੰਨਾ ਸਲੋ ਕਰੀਏ ਕਿ ਸਾਡੀ ਕਮਰ ਦੇ ਉੱਪਰ ਉਹਦਾ ਬਿਲਕੁਲ ਵੀ ਅਸਰ ਨਾ ਪਏ। ਜਿਹੜਾ ਨੈਕਸਟ ਪੁਆਇੰਟ ਇਸ ਦੇ ਵਿੱਚ ਹੈਗਾ ਉਹ ਹੈਗਾ ਕਿ ਜਦੋਂ ਅਸੀਂ ਕੋਈ ਵੀ weight ਦੀ ਐਕਸਰਸਾਈਜ਼ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੈ ਕਿ ਅਸੀਂ ਇਹ ਐਕਸਰਸਾਈਜ਼ ਦੇ ਵਿੱਚ weights ਉੱਪਰ ਚੱਕਦੇ ਹਾਂ ਜਿਸ ਤਰ੍ਹਾਂ, ਤੇ ਫਿਰ weights ਥੱਲੇ ਲੈ ਜਾਂਦੇ ਹਾਂ। ਇਹ ਮੂਵਮੈਂਟ ਨੂੰ ਸਲੋ ਕਰਨਾ ਕਿ ਜਿਹੜੇ weights ਉੱਪਰ ਜਾਣ ਦਾ ਟਾਈਮ ਹੈ ਉਸ ਟਾਈਮ ਤੇ ਤੁਹਾਨੂੰ ਸਾਹ ਬਾਹਰ ਕੱਢਣਾ ਹੈ, ਤੇ ਉਹ ਮੂਵਮੈਂਟ ਸਲੋ ਹੋਣੀ ਚਾਹੀਦੀ ਹੈ, ਆਪਣੀ ਬੈਕ ਨੂੰ ਬਿਲਕੁਲ ਸਟ੍ਰੇਟ ਰੱਖਦੇ ਹੋਏ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਉਹ weights ਨੂੰ ਤੁਸੀਂ ਰਿਲੀਜ਼ ਕਰਨਾ ਹੈ, ਉਹ ਵਾਲਾ ਟਾਈਮ weights ਚੱਕਣ ਦੇ ਟਾਈਮ ਤੋਂ ਆਲਮੋਸਟ 1.5 ਤੋਂ 2 ਗੁਣਾ ਹੋਣਾ ਚਾਹੀਦਾ। ਯਾਨੀ ਕਿ ਜਦੋਂ ਅਸੀਂ weights ਨੂੰ ਚੱਕਿਆ, ਸਾਹ ਬਾਹਰ ਛੱਡਦੇ ਹੋਏ, ਉਹ ਮੂਵਮੈਂਟ ਸਲੋ ਹੈ। ਜਦੋਂ weights ਨੂੰ ਵਾਪਸ ਆਪਣੀ ਨਾਰਮਲ ਪੋਜੀਸ਼ਨ ਤੇ ਲੈ ਕੇ ਗਏ, ਉਹ ਵਾਲੀ ਮੂਵਮੈਂਟ weights ਚੱਕਣ ਵਾਲੀ ਮੂਵਮੈਂਟ ਤੋਂ ਡਬਲ ਸਲੋ ਹੋਣੀ ਚਾਹੀਦੀ ਹੈ। ਇੱਕ ਤਾਂ ਉਸ ਦੇ ਨਾਲ ਤੁਹਾਡੀ ਮਸਲਸ ਦੀ ਟ੍ਰੇਨਿੰਗ ਪ੍ਰੋਪਰ ਹੋ ਜਾਏਗੀ, ਪਲੱਸ ਜਦੋਂ weight ਥੱਲੇ ਜਾ ਰਿਹਾ ਹੈ ਉਸ ਟਾਈਮ ਕਿਉਂਕਿ ਤੁਸੀਂ ਝਟਕਾ ਨਹੀਂ ਮਾਰ ਸਕਦੇ, ਤੁਹਾਡੀ ਕਮਰ ਦੇ ਵਿੱਚ ਇੰਜਰੀ ਹੋਣ ਦਾ ਬਹੁਤ ਬਚਾਅ ਹੋ ਜਾਏਗਾ। ਬਿਲਕੁਲ ਡਾਕਟਰ ਸਾਹਿਬ ਨੇ ਤਾਂ ਬਹੁਤ ਵਿਸਤਾਰਪੂਰਵਕ ਜਾਣਕਾਰੀ ਤੁਹਾਨੂੰ ਦਿੱਤੀ, ਤੇ ਖਾਸ ਤੌਰ ਤੇ ਜਿਹੜਾ ਇਹ ਪੁਆਇੰਟ ਹੈ ਕਿ ਆਪਸ 'ਚ ਕੰਪੀਟ ਜਿਹੜਾ, ਕਿਉਂਕਿ ਹਰ ਇੰਡੀਵਿਜੂਅਲ ਜਿਹੜਾ, ਹਰ ਸ਼ਖਸ ਜਿਹੜਾ ਉਹਦੀ ਬੋਡੀ ਟਾਈਪ, ਉਹਦਾ ਖਾਣਾ ਪੀਣਾ, ਉਹਦਾ ਰਹਿਣਾ ਸਹਿਣਾ ਵੱਖਰਾ ਹੁੰਦਾ, ਤੇ ਇਸ ਲਈ ਇਹ ਕੰਪੀਟੀਸ਼ਨ ਦੀ ਲੋੜ ਨਹੀਂ ਕਿ ਮੈਂ ਇੰਨਾ weight ਚੱਕਣਾ ਜਾਂ ਤੂੰ ਇੰਨਾ weight ਚੱਕਿਆ, ਤੇ ਉਹ ਜਿਹੜਾ ਤੁਹਾਡੀ ਸਿਹਤ ਲਈ ਇਸ ਤਰ੍ਹਾਂ ਨਾ ਅੱਜ ਕੱਲ੍ਹ ਇੱਕ ਉਹ ਕ੍ਰਾਸਫਿਟ ਸ਼ੁਰੂ ਹੋਇਆ ਹੈ। ਕ੍ਰਾਸਫਿਟ ਜਿਹੜਾ ਹੈ ਨਾ ਉਹ ਲਗਭਗ ਬਿਨਾਂ weights ਵਾਲੀ ਐਕਸਰਸਾਈਜ਼ ਹੈਗੀਆਂ, ਤੇ ਕੁਝ ਐਕਸਰਸਾਈਜ਼ ਹੈਗੀਆਂ ਜਿਹਦੇ ਵਿੱਚ ਸਾਨੂੰ weight ਵੀ ਅਸੀਂ ਯੂਜ਼ ਕਰਦੇ ਹਾਂ। ਜੋ ਸਾਡੀ ਕੋਰ ਹੈ, ਯਾਨੀ ਪੇਟ ਦੇ ਚਾਰੋਂ ਤਰਫ ਜੋ ਮਸਲਸ ਹੈਗੀਆਂ, ਉਹਨਾਂ ਨੂੰ ਸਟਰੋਂਗ ਕਰਨ ਦੇ ਲਈ ਇਹ ਕ੍ਰਾਸਫਿਟ ਬਹੁਤ ਹੀ ਅੱਛਾ ਜ਼ਰੀਆ ਹੈ। ਤੇ ਜੇ ਆਪਾਂ ਇਹਨੂੰ ਹਫਤੇ ਦੇ ਵਿੱਚ 2 ਦਿਨ ਜਿਸ ਤਰ੍ਹਾਂ ਕ੍ਰਾਸਫਿਟ ਕਰ ਲਿਆ, 2 ਦਿਨ ਕਾਰਡੀਓ ਰਨਿੰਗ ਕਰ ਲਈ ਤੇ 2 ਦਿਨ weights ਕਰ ਲਏ, ਤੇ ਉਹਦੇ ਵਿੱਚ ਜਿਹੜਾ ਕ੍ਰਾਸਫਿਟ ਵਾਲਾ ਪਾਰਟ ਹੈਗਾ ਨਾ, ਉਹ ਤੁਹਾਡੀ ਕਮਰ ਦੇ ਚਾਰੋਂ ਤਰਫ ਜਿਹੜੀ ਮਸਲਸ ਹੈਗੀਆਂ ਉਹਨਾਂ ਨੂੰ ਇੰਨਾ ਸਟਰੋਂਗ ਕਰ ਦੇਗਾ ਕਿ ਇੰਜਰੀ ਜਿਹੜੀ ਹੋਣੀ ਹੈ ਉਹਦੇ ਚਾਂਸਸ ਬਹੁਤ ਜ਼ਿਆਦਾ ਘੱਟ ਜਾਂਦੇ ਨੇ। ਬਿਲਕੁਲ, ਇਹ ਵੀ ਇੱਕ ਬਹੁਤ ਹੀ ਖਾਸ ਪੁਆਇੰਟ ਦੱਸਿਆ। ਪਰ ਜੇ ਇੰਜਰੀ ਹੋ ਜਾਂਦੀ ਹੈ ਜਾਂ ਪ੍ਰੋਬਲਮ ਆ ਜਾਂਦੀ ਹੈ,
ਫਿਰ ਕੀ ਕਰਨਾ ਚਾਹੀਦਾ, ਆਪਰੇਸ਼ਨ ਕਰਵਾਉਣਾ ਚਾਹੀਦਾ ਕਿ ਸਪੋਰਟਸਮੈਨ ਅੱਗੇ ਆਪਰੇਸ਼ਨ ਤੋਂ ਬਾਅਦ ਖੇਡ ਸਕਦੇ ਕਿ ਨਹੀਂ ਖੇਡ ਸਕਦੇ, ਇਸ ਬਾਰੇ ਵੀ ਅਸੀਂ ਚਰਚਾ ਕਰਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਡਾਕਟਰਸ ਸਪੀਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਡਾਕਟਰ ਸਪੀਕ ਤੇ ਸਾਡੇ ਨਾਲ NHS ਹਸਪੀਟਲ ਜਲੰਧਰ ਤੋਂ ਸਪਾਈਨ ਐਂਡ ਨਿਊਰੋ ਸਰਜਨ ਨੇ ਡਾਕਟਰ ਨਵੀਨ ਚਿਤਕਾਰਾ ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਖੇਡਾਂ ਦੌਰਾਨ ਕਮਰ ਦਰਦ ਜਾਂ ਸਪਾਈਨ ਇੰਜਰੀ ਤੇ ਉਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ ਉਸ ਬਾਰੇ। ਡਾਕਟਰ ਸਾਹਿਬ ਬਹੁਤ ਹੀ ਤੁਸੀਂ ਡਿਟੇਲ 'ਚ ਜਿਹੜੀ ਉਹ ਜਾਣਕਾਰੀ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਆਪ ਵੀ ਫਿਟਨੈਸ ਨੂੰ ਲੈ ਕੇ ਕਾਫੀ ਕੌਨਸ਼ੀਅਸ ਰਹਿੰਦੇ ਹੋ, ਇਸ ਕਰਕੇ ਵੀ ਇਹਦੀ ਇਨ ਡੈਪਥ ਨੌਲੇਜ ਵੀ ਤੁਹਾਨੂੰ ਹੈ ਹੀ ਹੈ। ਜੀ ਜੀ, ਇਹ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਫਿਟ ਰੱਖਣਾ। ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ ਇੱਥੇ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਹੁਣ ਜੇ ਕਿਸੇ ਨੂੰ ਸਪੋਰਟਸ ਇੰਜਰੀ ਹੋ ਗਈ ਹੈ, ਸਪਾਈਨ ਇੰਜਰੀ ਖਾਸ ਤੌਰ 'ਤੇ ਹੋ ਗਈ ਹੈ, ਕਮਰ 'ਚ ਦਰਦ ਬਹੁਤ ਜ਼ਿਆਦਾ ਰਹਿੰਦਾ, ਭਾਵੇਂ ਉਹ ਜਿਮ ਜਾਂਦਾ ਜਾਂ ਕੋਈ ਗੇਮ ਜਿਹੜੀ ਹੈ ਉਹ ਖੇਡਦਾ ਹੈ, ਅਤੇ ਉਹ ਕਈ ਵਾਰ ਇਹ ਕਿਹਾ ਜਾਂਦਾ ਕਿ ਜੇ ਆਪਰੇਸ਼ਨ ਕਰਵਾ ਲਿਆ ਉਹਨਾਂ ਨੇ ਅਤੇ ਉਸ ਤੋਂ ਬਾਅਦ ਸਪੋਰਟਸ ਖੇਡਣੀ ਜਿਹੜੀ ਹੈ ਉਹ ਔਖੀ ਹੋ ਜਾਂਦੀ ਹੈ, ਐਕਸਰਸਾਈਜ਼ ਕਰਨੀ ਔਖੀ ਹੋ ਜਾਂਦੀ ਹੈ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਦੇਖੋ ਇਸ ਤਰ੍ਹਾਂ ਹੈਗਾ ਕਿ ਜੋ ਸਪੋਰਟਸਮੈਨ ਹੈਗੇ ਨਾ, ਜੇ ਉਹ ਟਾਈਮ 'ਤੇ ਇਸ ਚੀਜ਼ ਨੂੰ ਆਇਡੈਂਟੀਫਾਈ ਕਰ ਲੈਣ ਕਿ ਉਹਨਾਂ ਨੂੰ ਕਮਰ ਦੇ ਵਿੱਚ ਇੰਜਰੀ ਹੋਣੀ ਸਟਾਰਟ ਹੋ ਰਹੀ ਹੈ, ਜੇ ਉੱਥੇ ਹੀ ਬਚਾਅ ਕਰ ਲੈਣਗੇ ਤਾਂ ਆਪਰੇਸ਼ਨ ਤੱਕ ਪਹੁੰਚਣ ਦੀ ਨੌਬਤ ਨਹੀਂ ਰਹੇਗੀ। ਕਿਉਂਕਿ ਜੋ ਐਕਟਿਵ ਸਪੋਰਟਸ ਖੇਡਦੇ ਨੇ ਉਹਨਾਂ ਦੀ ਸਪਾਈਨ ਦੀ ਮਸਲਸ ਇੰਨੀ ਸਟਰੋਂਗ ਹੁੰਦੀਆਂ ਨੇ ਕਿ ਉਹ ਆਪਰੇਸ਼ਨ ਤੱਕ ਪਹੁੰਚਣ ਵਾਲੀ ਨੌਬਤ ਨਹੀਂ ਆਉਣ ਦਿੰਦੀਆਂ। ਬਟ ਜੇ ਕਿਸੇ ਰੀਜ਼ਨ ਦੇ ਕਰਕੇ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਬਣਦੀ ਹੈ ਕਿ ਉਹਨਾਂ ਨੂੰ ਆਪਰੇਸ਼ਨ ਕਰਵਾਉਣਾ ਹੀ ਪੈਂਦਾ ਹੈ, ਅਤੇ ਉਹਦੇ ਵਿੱਚ 2-3 ਤਰ੍ਹਾਂ ਦੇ ਆਪਰੇਸ਼ਨ, ਜਿਵੇਂ ਸਪਾਈਨ ਦੀ ਆਪਾਂ ਗੱਲ ਕਰਦੇ ਹਾਂ, ਕਈ ਵਾਰ ਤਾਂ ਡਿਸਕ ਹੈ ਉਹ ਖਿਸਕ ਜਾਂਦੀ ਹੈ, ਡਿਸਕ ਦਾ ਰਪਚਰ ਹੋ ਜਾਂਦਾ ਹੈ, ਜਿਹਨੂੰ ਆਪਰੇਟ ਅਸੀਂ ਕਰਵਾ ਸਕਦੇ ਹਾਂ। ਐਸਾ ਨਹੀਂ ਹੈ ਕਿ ਸਪੋਰਟਸ ਇੰਜਰੀ ਤੋਂ ਬਾਅਦ ਜੇ ਅਸੀਂ ਕੋਈ ਆਪਰੇਸ਼ਨ ਕਰਵਾਉਂਦੇ ਹਾਂ ਤਾਂ ਸਪੋਰਟਸ ਨਹੀਂ ਖੇਡ ਸਕਦਾ। ਬੰਦਾ ਆਪਣੀ ਜੋ ਨੋਰਮਲ ਸਪੋਰਟ ਪਹਿਲਾਂ ਵਾਲੀ ਸੀਗੀ ਉਹ ਬਹੁਤ ਹੀ ਐਕਟਿਵਲੀ ਸੇਮ ਉਸੇ ਤਰ੍ਹਾਂ ਹੀ ਖੇਡ ਸਕਦਾ ਹੈ। ਸਿਰਫ ਧਿਆਨ ਰੱਖਣਾ ਹੈ ਕਿ ਜੋ ਰਿਕਵਰੀ ਪੀਰੀਅਡ ਹੈ ਉਹ ਪੂਰਾ ਜਿੰਨਾ ਸਾਨੂੰ ਚਾਹੀਦਾ ਹੈ ਉਨਾ ਹੋਣਾ ਚਾਹੀਦਾ। ਕਿ ਡਿਸਕ ਦਾ ਮੰਨ ਲਓ ਆਪਰੇਸ਼ਨ ਹੋ ਗਿਆ ਤਾਂ ਉਸ ਤੋਂ ਬਾਅਦ 3 ਤੋਂ 6 ਮਹੀਨੇ ਉਹਨੂੰ ਹੌਲੀ ਹੌਲੀ ਕਰਕੇ ਆਪਣਾ ਰੂਟੀਨ ਸੈੱਟ ਕਰਨਾ ਚਾਹੀਦਾ ਹੈ। 3 ਮਹੀਨੇ ਤੋਂ ਬਾਅਦ ਉਹਨੂੰ ਹਲਕੀ ਜਿਹੀ ਜੋਗਿੰਗ ਸਟਾਰਟ ਕਰਕੇ ਜਾਂ ਫਰੀ ਵੇਟਸ ਦੇ ਨਾਲ ਥੋੜ੍ਹੀ ਐਕਸਰਸਾਈਜ਼ ਕਰਕੇ ਆਪਣੀ ਬਾਡੀ ਨੂੰ ਪਹਿਲਾਂ ਉਹ ਲੈਅ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ, ਤਾਂ ਕਿ ਉਹ ਜਿਹੜੀ ਇੰਜਰੀ ਪਹਿਲਾਂ ਹੋਈ ਸੀਗੀ ਉਹਦੀ ਹੀਲਿੰਗ ਪ੍ਰੋਪਰ ਹੋ ਜਾਏ ਅਤੇ ਉੱਥੋਂ ਫਿਰ ਦੁਬਾਰਾ ਬਾਡੀ ਆਪਣੀ। ਹੁੰਦਾ ਕੀ ਹੈ ਕਿ ਮੈਂ ਅੱਜ ਬਹੁਤ ਐਕਟਿਵ ਸਪੋਰਟਸ ਪਰਸਨ ਸੀਗਾ, ਜਦੋਂ ਮੈਂ ਵਾਪਸ ਖੇਡਣ ਜਾਊਂਗਾ ਨਾ ਮੈਂ ਆਪਣੇ ਆਪ ਨੂੰ ਸੋਚੂੰਗਾ ਮੈਂ ਉਨਾ ਹੀ ਫਿੱਟ ਸੀਗਾ, ਜੋ ਐਕਚੁਅਲੀ ਨਹੀਂ ਹੈ। ਸੋ ਬੰਦੇ ਨੂੰ ਆਪਣੀ ਲਿਮਿਟੇਸ਼ਨ ਸੋਚਦੇ ਹੋਏ ਜਿਹੜੀ ਸ਼ੁਰੂਆਤ ਹੈ ਉਹ ਸਲੋ ਕਰਨੀ ਚਾਹੀਦੀ ਹੈ, ਬਾਡੀ ਨੂੰ ਵਾਪਸ ਟ੍ਰੇਨ ਕਰਕੇ ਉਨਾ ਫਿੱਟ ਕਰਨਾ ਚਾਹੀਦਾ ਹੈ। ਜਦੋਂ ਇੱਕ ਵਾਰੀ ਫਿਟਨੈਸ ਲੈਵਲ ਆ ਜਾਏ ਤਾਂ ਤੁਹਾਡੀ ਬਾਡੀ ਤੁਹਾਨੂੰ ਆਪ ਹੀ ਦੱਸੇਗੀ ਕਿ ਹੁਣ ਤੁਸੀਂ ਉਨੀ ਐਕਟਿਵ ਸਪੋਰਟਸ ਖੇਡ ਸਕਦੇ ਹੋ। ਅਤੇ ਇਹ ਜੋ ਇਹਦਾ ਪ੍ਰੋਸੈਸ ਰਹਿੰਦਾ ਆਪਰੇਸ਼ਨ ਜੋ ਸਪਾਈਨ ਦਾ ਜਦੋਂ ਰਹਿੰਦਾ, ਇਹਦੇ 'ਚ ਕਿੰਨਾ ਕੁ ਟਾਈਮ ਲੱਗਦਾ ਔਰ ਪਲੱਸ ਡੇਲੀ ਰੂਟੀਨ 'ਤੇ ਵੀ ਇਹਦਾ ਕੋਈ ਅਸਰ ਰਹਿੰਦਾ? ਦੇਖੋ ਇਸ ਤਰ੍ਹਾਂ ਹੈਗਾ ਕਿ ਜਦੋਂ ਵੀ ਅਸੀਂ ਸਪਾਈਨ ਦੀ ਸਰਜਰੀ ਕਰਦੇ ਹਾਂ, ਅੱਜ ਕੱਲ੍ਹ ਜੋ ਮੈਜੋਰਿਟੀ ਸਰਜਰੀਜ਼ ਹੈਗੀਆਂ ਉਹ ਦੂਰਬੀਨ ਵਾਲੀ ਸਰਜਰੀਜ਼ ਹੈਗੀਆਂ, ਜਾਂ ਤਾਂ ਚੀਰਾ ਲੱਗਦਾ ਹੀ ਨਹੀਂ ਜਾਂ ਲੱਗਦਾ ਤਾਂ ਬਿਲਕੁਲ ਛੋਟਾ ਜਿਹਾ ਲੱਗਦਾ ਹੈ, ਕੋਈ ਟਾਂਕਾ ਨਹੀਂ ਆਉਂਦਾ। ਸੋ ਬਹੁਤ ਜ਼ਿਆਦਾ ਅਸੀਂ ਜੋ ਰੀੜ੍ਹ ਦੀ ਹੱਡੀ ਜਾਂ ਜੋ ਮਣਕੇ ਹੈ ਉਹਨਾਂ ਨੂੰ ਛੇੜਛਾੜ ਨਹੀਂ ਹੁੰਦੀ ਤਾਂ ਰਿਜ਼ਲਟਸ ਬਹੁਤ ਅੱਛੇ ਮਿਲ ਜਾਂਦੇ ਨੇ। ਬਟ ਜੋ ਆਪਰੇਸ਼ਨ ਹੈ ਉਹਦੇ ਵਿੱਚ ਜਿਹੜਾ ਅੰਦਰਲਾ ਜ਼ਖਮ ਹੈ ਉਹਨੂੰ ਭਰਨ ਦੇ ਲਈ 3 ਮਹੀਨੇ ਲੱਗ ਜਾਂਦੇ ਨੇ। ਇਸ ਦੌਰਾਨ ਅਗਰ ਅਸੀਂ ਜੋ ਧਿਆਨ ਹੈ ਉਹ ਪ੍ਰੋਪਰ ਨਹੀਂ ਰੱਖਾਂਗੇ ਤੇ ਬਿਮਾਰੀ ਦੁਬਾਰਾ ਫਿਰ ਸ਼ੁਰੂਆਤ ਹੋ ਸਕਦੀ ਹੈ। ਸੋ ਇਹ ਜਿਹੜੇ ਪਹਿਲੇ 3 ਮਹੀਨੇ ਹੈਗੇ, ਇਸ ਟਾਈਮ ਤੇ ਸਾਨੂੰ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਕਿ ਜੋ ਰਿਕਵਰੀ ਹੈ ਉਹ ਪ੍ਰੋਪਰ ਹੋਏ ਤੇ ਬਿਮਾਰੀ ਦੁਬਾਰਾ ਨਾ ਹੋਏ। ਬਿਲਕੁਲ, ਜੋ ਤੁਸੀਂ ਡਿਟੇਲਸ ਦੀ ਗੱਲ ਕਰ ਰਹੇ ਹੋ ਕਿ ਜੇ ਆਪਰੇਸ਼ਨ ਕਰਵਾ ਲਿਆ ਹੈ ਤੁਸੀਂ, ਉਸ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੜੇ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ, ਉਸ ਬਾਰੇ ਵੀ ਅਸੀਂ ਗੱਲ ਕਰਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਡਾਕਟਰਸ ਸਪੀਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਡਾਕਟਰ ਸਪੀਕ ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਖੇਡਾਂ ਦੌਰਾਨ ਜੋ ਕਮਰ ਦਾ ਦਰਦ ਹੁੰਦਾ ਹੈ ਜਾਂ ਸਪਾਈਨ ਇੰਜਰੀ ਹੋ ਜਾਂਦੀ ਹੈ ਉਸ ਤੋਂ ਕਿਵੇਂ ਬਚਾਅ ਕੀਤਾ ਜਾਏ। ਤੇ ਸਾਡੇ ਨਾਲ NHS ਹਸਪੀਟਲ ਜਲੰਧਰ ਤੋਂ ਨੇ ਡਾਕਟਰ ਨਵੀਨ ਚਿਤਕਾਰਾ। ਡਾਕਟਰ ਸਾਹਿਬ ਹੁਣ ਅਸੀਂ ਪੋਸਟ ਤੇ ਆਉਂਦੇ ਹਾਂ, ਯਾਨੀ ਕਿ ਜੇ ਆਪਰੇਸ਼ਨ ਕਰਵਾ ਲਿਆ ਤੇ ਉਸ ਤੋਂ ਬਾਅਦ ਸਪਾਈਨ ਦੇ ਆਪਰੇਸ਼ਨ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਪ੍ਰੀਕਾਸ਼ਨ ਲੈਣਾ ਚਾਹੀਦਾ? ਦੇਖੋ ਆਪਰੇਸ਼ਨ ਦੇ ਇਮੀਡੀਏਟਲੀ ਬਾਅਦ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈ ਕਿ ਬੈੱਡ ਤੋਂ ਪੇਸ਼ੈਂਟ ਨੇ ਉਤਰਨਾ ਕਿਸ ਤਰ੍ਹਾਂ। ਅਸੀਂ ਜਦੋਂ ਉੱਠਣਾ ਹੋਏ ਤਾਂ ਬਿਲਕੁਲ ਸਟ੍ਰੇਟ ਅਸੀਂ ਬੈਠ ਜਾਂਦੇ ਹਾਂ ਅਤੇ ਫਿਰ ਬੈੱਡ ਤੋਂ ਉਤਰਦੇ ਹਾਂ।
ਲੇਕਿਨ ਇਸ ਤਰ੍ਹਾਂ ਦੇ ਪੇਸ਼ੈਂਟਸ ਨੂੰ ਪਹਿਲਾਂ ਬੈੱਡ ਦੇ ਉੱਪਰ ਸਾਈਡ ਟਰਨ ਕਰਨਾ ਚਾਹੀਦਾ ਹੈ। ਸਾਈਡ ਟਰਨ ਕਰਨ ਤੋਂ ਬਾਅਦ ਆਪਣਾ ਪੈਰ ਹਲਕਾ ਜਿਹਾ ਬੈੱਡ ਤੋਂ ਬਾਹਰ ਕਰਨਾ ਚਾਹੀਦਾ ਹੈ। ਆਪਣੀ ਜਿਸ ਤਰ੍ਹਾਂ ਮੰਨ ਲਓ ਰਾਈਟ ਸਾਈਡ ਤੋਂ ਟਰਨ ਕੀਤਾ ਤੇ ਰਾਈਟ ਸਾਈਡ ਦੀ ਜਿਹੜੀ ਕੂਹਣੀ ਹੈ ਉਹ ਤੇ ਖੱਬੇ ਹੱਥ ਦਾ ਜ਼ੋਰ ਪਾ ਕੇ ਸਾਈਡ ਤੋਂ ਉਸ ਨੂੰ ਉੱਠਣਾ ਚਾਹੀਦਾ। ਅੱਛਾ, ਸਾਈਡ ਤੋਂ ਉੱਠਣਾ। ਸਾਈਡ ਤੋਂ ਉੱਠਣਾ ਹੈ ਤੇ ਜਦੋਂ ਲੇਟਣਾ ਹੈ ਉਹ ਵੀ ਸਾਈਡ ਤੋਂ ਲੇਟਣਾ ਹੈ। ਇਹ ਇਸ ਕਰਕੇ ਜ਼ਰੂਰੀ ਹੈ ਜਿਸ ਤਰ੍ਹਾਂ ਅਸੀਂ ਸਮਝੀਏ ਕਿ ਜੋ ਡਿਸਕ ਹੈ ਉਹਦੇ ਵਿੱਚ ਪ੍ਰੈਸ਼ਰ ਇੰਕਰੀਜ਼ ਨਹੀਂ ਹੋਣਾ ਚਾਹੀਦਾ ਤੇ ਉਹ ਜਿਹੜਾ ਡਿਸਕ ਦਾ ਪ੍ਰੈਸ਼ਰ ਹੈ ਉਹ ਤਾਂ ਹੀ ਇੰਕਰੀਜ਼ ਹੋਏਗਾ ਜਦੋਂ ਅਸੀਂ ਸਟ੍ਰੇਟ ਕੋਈ ਵੀ ਕੰਮ ਝੁਕਣ ਦਾ ਕਰਾਂਗੇ। ਸੋ ਪਹਿਲਾ ਸਟੈਪ ਤਾਂ ਹੈਗਾ ਕਿ ਉੱਠਣਾ ਬੈੱਡ ਤੋਂ ਕਿਸ ਤਰ੍ਹਾਂ ਹੈ ਤੇ ਲੇਟਣਾ ਬੈੱਡ ਤੋਂ ਕਿਸ ਤਰ੍ਹਾਂ ਹੈ। ਅਸੀਂ ਜੋ ਵਾਕਿੰਗ ਹੈ ਉਹ ਪਹਿਲੇ ਦਿਨ ਤੋਂ ਹੀ ਅਲਾਉ ਕਰ ਦਿੰਦੇ ਹਾਂ। ਸੋ ਜਿੰਨਾ ਸਰੀਰ ਬਰਦਾਸ਼ਤ ਕਰਦਾ ਹੈ ਉਨੀ ਵਾਕਿੰਗ ਪੇਸ਼ੈਂਟ ਨੂੰ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਜੋ ਮਸਲ ਦੀ ਫਿਟਨੈਸ ਹੈ, ਜੋ ਮਸਲ ਦੀ ਪਾਵਰ ਹੈ ਉਹ ਪਹਿਲੇ ਦਿਨ ਤੋਂ ਹੀ ਵਾਪਸ ਆਣੀ ਸਟਾਰਟ ਹੋ ਜਾਂਦੀ ਹੈ। ਇੱਥੇ ਹੁਣ ਜੇ ਹੁਣ ਮੈਂ ਡੇਲੀ ਰੂਟੀਨ 'ਤੇ ਆਵਾਂ, ਉਹਦੇ ਵਿੱਚ ਜੇ ਗੱਲ ਕਰੀਏ ਕਿ ਚੌਂਕੜੀ ਮਾਰਨਾ ਹੈ ਜਾਂ ਝੁਕਣਾ ਹੈ ਜਾਂ ਪੌੜੀਆਂ ਚੜ੍ਹਨਾ ਹੈ ਜਾਂ ਅਸੀਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂਦੇ ਉੱਥੇ ਮੱਥਾ ਟੇਕਣਾ ਹੈ, ਤੇ ਉਹ ਕਦੋਂ ਤੋਂ ਫਿਰ ਸ਼ੁਰੂ ਕਰਨਾ ਚਾਹੀਦਾ? ਐਸਾ ਹੈ ਕਿ ਇਹ ਜੋ ਸਪਾਈਨ ਦੇ ਆਪਰੇਸ਼ਨਸ ਹੈ ਉਹ ਵੱਖਰੇ ਵੱਖਰੇ ਹੁੰਦੇ ਨੇ, ਹਰ ਆਪਰੇਸ਼ਨ ਦਾ ਫਰਕ ਹੁੰਦਾ ਹੈ, ਲੇਕਿਨ ਆਮ ਤੌਰ ਤੇ ਚੌਕੜੀ ਮਾਰ ਕੇ ਬੈਠਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸੋ 2-3 ਦਿਨਾਂ ਤੋਂ ਬਾਅਦ ਪੇਸ਼ੈਂਟ ਚੌਕੜੀ ਮਾਰ ਕੇ ਬੈਠ ਸਕਦਾ ਹੈ। ਅੱਗੇ ਝੁਕ ਕੇ ਕੋਈ ਵੀ ਚੀਜ਼ ਚੱਕਣੀ ਉਹ ਘੱਟੋ ਘੱਟ 4 ਤੋਂ 6 ਹਫ਼ਤੇ ਅਵੋਇਡ ਕਰਨੀ ਚਾਹੀਦੀ ਹੈ। ਜੇ ਕਿਸੇ ਵਜ੍ਹਾ ਦੇ ਨਾਲ ਇਹ ਮੂਵਮੈਂਟ ਕਰਨੀ ਵੀ ਹੋਏ ਤੇ ਸਹਾਰਾ ਲੈ ਕੇ ਸਲੋਲੀ ਅੱਗੇ ਝੁਕ ਕੇ, ਜੇ ਮਜਬੂਰੀ ਹੋ ਜਾਏ ਤਾਂ, ਨਹੀਂ ਤਾਂ ਜੇ ਜ਼ਮੀਨ ਤੋਂ ਕੋਈ ਚੀਜ਼ ਚੱਕਣੀ ਹੈ ਤਾਂ ਬੈਸਟ ਜਿਹੜਾ ਹੈ ਉਹ ਕਿ ਸਹਾਰਾ ਲੈ ਕੇ ਤੁਸੀਂ ਸਿੱਧੇ ਬੈਠ ਜਾਓ, ਚੀਜ਼ ਨੂੰ ਫੜ ਕੇ ਖੜੇ ਹੋ ਜਾਓ ਤੇ ਜੋ ਚੀਜ਼ ਹੈ ਉਹ ਤੁਸੀਂ ਚੱਕ ਵੀ ਲਈ। ਸੋ ਝੁਕਣ ਦਾ ਵੀ ਹੋ ਗਿਆ ਕਿ ਜੇ ਮਜਬੂਰੀ ਹੋ ਵੀ ਜਾਏ ਤਾਂ ਬਹੁਤ ਹੀ ਸਲੋ ਮੂਵਮੈਂਟ ਹੋਣੀ ਚਾਹੀਦੀ ਹੈ। ਕੋਈ ਚੀਜ਼ ਚੱਕਣੀ ਹੈ ਤਾਂ ਬੈਠ ਕੇ ਚੱਕ ਕੇ ਖੜੇ ਹੋ ਜਾਓ। ਚੌਕੜੀ ਮਾਰ ਕੇ ਬੈਠ ਸਕਦੇ ਹਾਂ। ਸੀढ़ी ਚੜ੍ਹਨ ਦੇ ਲਈ 2-4 ਦਿਨਾਂ ਤੋਂ ਬਾਅਦ ਅਸੀਂ ਹਰ ਸੀढ़ी ਤੇ ਦੋਨੋਂ ਪੈਰ ਰੱਖ ਕੇ, ਜਿਸ ਤਰ੍ਹਾਂ ਬੱਚੇ ਛੋਟੇ ਚੜ੍ਹਦੇ ਸੀਗੇ ਉਸ ਤਰ੍ਹਾਂ ਕਰਕੇ ਅਸੀਂ ਸੀढ़ी ਚੜ੍ਹ ਸਕਦੇ ਹਾਂ। ਬਟ ਇਹ ਤੁਸੀਂ ਜੋ ਤੁਹਾਡੇ ਡਾਕਟਰ ਹੈ ਉਹਨਾਂ ਦੇ ਕੋਲੋਂ ਤੁਸੀਂ ਜ਼ਰੂਰ ਪੁੱਛ ਲਓ ਕਿ ਕਿਸ ਤਰ੍ਹਾਂ ਦਾ ਆਪਰੇਸ਼ਨ ਹੈ ਤੇ ਇਹ ਸਾਰੀ ਉਹ ਜੋ ਐਕਟੀਵਿਟੀਜ਼ ਹੈਗੀਆਂ ਉਹ ਕਦੋਂ ਤੋਂ ਸਟਾਰਟ ਕਰਨਾ ਚਾਹੁੰਦੇ ਨੇ। ਆਮ ਤੌਰ ਤੇ ਅਸੀਂ 2-3 ਦਿਨ ਬਾਅਦ ਇਹ ਸਭ ਚੀਜ਼ਾਂ ਅਲਾਉ ਕਰ ਦਿੰਦੇ ਨੇ ਤੇ ਹਮੇਸ਼ਾ ਪੇਸ਼ੈਂਟਸ ਨੂੰ ਅਸੀਂ ਦੱਸਦੇ ਹਾਂ ਕਿ ਜੋ ਵੀ ਇਹ ਮੂਵਮੈਂਟ ਕਰਨੀ ਹੈ ਉਨੀ ਹੀ ਕਰਨੀ ਹੈ ਜਿੰਨਾ ਤੁਹਾਡਾ ਸਰੀਰ ਬਰਦਾਸ਼ਤ ਕਰੇ। ਬੋਡੀ ਦੇ ਨਾਲ ਤੁਹਾਨੂੰ ਧੱਕਾ ਨਹੀਂ ਕਰਨਾ ਕਿ ਬੋਡੀ ਕਹਿ ਰਹੀ ਹੈ ਮੈਨੂੰ ਦਰਦ ਹੋ ਰਹੀ ਹੈ, ਮੈਨੂੰ ਤਕਲੀਫ ਹੋ ਰਹੀ ਹੈ, ਤੁਸੀਂ ਕਹੋ ਜੀ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀਗਾ ਸੀੜੀਆਂ ਚੜ੍ਹਨ ਲਈ, ਮੈਂ ਤਾਂ ਚੜੂੰਗਾ ਹੀ ਚੜੂੰਗਾ। ਸੋ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਜੇ 2 ਦਿਨ ਲੇਟ ਵੀ ਹੋ ਜਾਏ ਫਰਕ ਨਹੀਂ ਪਏਗਾ, ਲੇਕਿਨ ਇਹ ਸਭ ਚੀਜ਼ਾਂ ਆਮ ਤੌਰ ਤੇ ਅਸੀਂ ਕਰ ਸਕਦੇ ਹਾਂ। ਗੁਰਦੁਆਰੇ ਤੇ ਮੰਦਿਰ ਸਾਹਿਬ ਜਾਣਾ, ਚੱਲ ਕੇ ਜਾਣਾ, ਉਹ ਅਸੀਂ ਕਰ ਹੀ ਸਕਦੇ ਹਾਂ ਤੇ ਕੋਸ਼ਿਸ਼ ਹੈ ਕਰੋ ਕਿ ਸ਼ੁਰੂ ਦੇ 2-3 ਹਫ਼ਤੇ ਪਿੱਛੇ ਕੁਰਸੀ ਤੇ ਜੇ ਬੈਠ ਜਾਓ ਤੇ ਬਹੁਤ ਵਧੀਆ ਹੈ। ਜੇ ਮੱਥਾ ਟੇਕਣਾ ਹੋਏ ਤੇ ਬਹੁਤ ਹੀ ਹੌਲੀ ਹੌਲੀ ਝੁਕ ਕੇ 3 ਹਫ਼ਤੇ ਬਾਅਦ ਅਸੀਂ ਟੇਕ ਸਕਦੇ ਹਾਂ। ਬਟ ਕੋਸ਼ਿਸ਼ ਇਹੀ ਕਰਨੀ ਹੈ ਕਿ ਇਹ ਮੂਵਮੈਂਟ ਸਲੋ ਹੋਣੀ ਚਾਹੀਦੀ ਹੈ, ਫਾਸਟ ਨਹੀਂ ਹੋਣੀ ਚਾਹੀਦੀ। ਤੇ ਇਹਦੇ ਵਿੱਚ ਹੁਣ ਜੇ ਅੱਗੇ ਗੱਲ ਕਰਾਂ ਕਿ ਸਫ਼ਰ ਕਰਨਾ ਜਿਹੜਾ ਹੈ, ਟਰੈਵਲ ਕਰਨਾ ਹੈ, ਕਿਸੇ ਦਾ ਕੋਈ ਬਿਜ਼ਨਸ ਹੈ, ਕਿਸੇ ਦਾ ਕੋਈ ਹੋਰ ਨੌਕਰੀ ਹੈ, ਕੰਮ ਹੈ, ਜਾਣਾ ਵੀ ਪੈਂਦਾ, ਸਫ਼ਰ ਕਰਨਾ ਕਦੋਂ ਤੋਂ ਸ਼ੁਰੂ ਕਰੀਏ? ਆਮ ਤੌਰ ਤੇ ਅਸੀਂ 7 ਤੋਂ 10 ਦਿਨ ਦੇ ਵਿੱਚ ਸਫ਼ਰ ਸ਼ੁਰੂਆਤ ਅਲਾਉ ਕਰ ਦਿੰਦੇ ਹਾਂ। ਜਿਹਦੇ ਵਿੱਚ ਕਾਰ 'ਚ ਬੈਠ ਕੇ ਜਾਣਾ ਹੋਏ ਤੇ ਉਹ ਬੰਦਾ ਜਾ ਸਕਦਾ ਹੈ। ਡਰਾਈਵ ਨਹੀਂ? ਡਰਾਈਵ ਵੀ ਕਰ ਸਕਦਾ ਹੈ। ਅੱਛਾ। ਹਫ਼ਤੇ 10 ਦਿਨ ਦੇ ਵਿੱਚ ਆਮ ਤੌਰ ਤੇ ਕਰ ਲੈਂਦੇ ਨੇ ਤੇ ਜਿਸ ਤਰ੍ਹਾਂ ਹੁਣ ਸੜਕਾਂ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕੋਈ ਛੋਟਾ ਮੋਟਾ ਗੱਡਾ ਹੈ ਜਾਂ ਨਹੀਂ ਹੈ, ਤੇ ਜੇ ਕਿਸੇ ਨੇ 2 ਵੀਲਰ ਚਲਾਉਣਾ ਹੈ ਤੇ ਜੋ ਆਟੋਮੈਟਿਕ ਵਾਲੀ ਸਕੂਟੀ ਹੈਗੀ ਆ ਉਹ ਇੱਕ ਬੈਟਰ ਚੋਇਸ ਹੈ, ਕਿਉਂਕਿ ਤੁਹਾਨੂੰ ਪੈਰ ਘੁਮਾ ਕੇ ਉੱਪਰ ਨਹੀਂ ਲੈ ਕੇ ਜਾਣਾ ਪੈਂਦਾ, ਜਿਸ ਤਰ੍ਹਾਂ ਮੋਟਰਸਾਈਕਲ 'ਤੇ ਲੈ ਕੇ ਜਾਣਾ ਪੈਂਦਾ। ਸੋ ਤੁਸੀਂ ਪੈਰ ਅੱਗੇ ਲੈ ਜਾ ਕੇ ਜੇ ਆਪ ਚਲਾਓਗੇ ਉਹ ਇੱਕ ਬਿਹਤਰ ਚੋਇਸ ਹੈ, ਕਿਉਂਕਿ ਤੁਸੀਂ ਆਪਣੀ ਸਪੀਡ ਆਪਣੀ ਬੋਡੀ ਦੇ ਪੇਨ ਤੇ ਝਟਕਿਆਂ ਨੂੰ ਨਾ ਲੱਗਣ ਦੇ ਹਿਸਾਬ ਨਾਲ ਡਿਸਾਈਡ ਕਰ ਸਕਦੇ ਹੋ। ਕੋਈ ਛੋਟਾ ਮੋਟਾ ਕੋਈ ਝਟਕਾ ਨਾ ਲੱਗੇ ਜਾਂ ਕੋਈ ਅੱਗੇ ਛੋਟਾ ਮੋਟਾ ਕੋਈ ਗੱਡਾ ਹੈਗਾ ਉਹਨੂੰ ਤੁਸੀਂ ਬਚਾ ਕੇ ਕਰ ਸਕਦੇ ਹੋ। ਸੋ ਬਿਹਤਰ ਹੈ ਕਿ ਤੁਸੀਂ ਆਪ ਚਲਾਓ, ਜੇ ਚਲਾਉਣੀ ਹੈ ਪਿੱਛੇ ਨਾ ਬੈਠ ਕੇ ਚਲਾਓ। ਸੋ ਡਰਾਈਵਿੰਗ ਡੈਫੀਨੇਟਲੀ 7 ਤੋਂ 10 ਦੇ ਵਿੱਚ ਆਪਾਂ ਸ਼ੁਰੂ ਕਰ ਸਕਦੇ ਹਾਂ। ਤੇ ਘਰ ਦਾ ਕੰਮ ਜਾਂ ਉਸ ਤੋਂ ਬਾਅਦ ਐਕਸਰਸਾਈਜ਼? ਲੇਡੀਜ਼ ਦੇ ਲਈ ਘਰ ਦਾ ਕੰਮ ਬਹੁਤ ਜ਼ਰੂਰੀ ਹੈ ਤੇ 2 ਹਫ਼ਤੇ ਤੋਂ ਬਾਅਦ ਰੂਟੀਨ ਦਾ ਕੰਮ ਅਸੀਂ ਸਟਾਰਟ ਕਰ ਸਕਦੇ, ਜਿਹਦੇ ਵਿੱਚ ਕੋਈ ਕੱਪੜੇ ਦਾ ਮਤਲਬ ਸਾਫ਼ ਕਰਨੇ ਹੈ ਜਾਂ ਕੋਈ ਕਿਚਨ 'ਚ ਕੰਮ ਕਰਨਾ ਹੈ, ਉਹ ਖੜੇ ਹੋ ਕੇ ਕਰਨ, ਅੱਗੇ ਨਾ ਝੁਕਣ ਤੇ ਉਨੀ ਹੀ ਦੇਰ ਕਰਨ ਜਿੰਨੀ ਦੇਰ ਤੱਕ ਉਹਨਾਂ ਨੂੰ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਜਾਂ ਉਹਨਾਂ ਦਾ ਸਰੀਰ ਉਹਨਾਂ ਨੂੰ ਅਲਾਉ ਕਰਦਾ ਹੈ। ਜੇ ਕਿਸੇ ਵੀ ਟਾਈਮ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਕਮਰ 'ਤੇ ਸਟ੍ਰੇਨ ਪੈ ਰਿਹਾ ਹੈ ਤਾਂ ਉਹ ਐਕਟੀਵਿਟੀ, ਉਹ ਕੰਮ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।
ਜੇ ਬਹੁਤ ਮਜਬੂਰੀ ਹੈ ਕਿਸੇ ਨੂੰ ਝਾੜੂ ਜਾਂ ਪੋਚਾ ਇਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਕਿ ਉਹ ਘਰ ਦੇ ਵਿੱਚ ਕਰਨਾ ਹੀ ਕਰਨਾ ਹੈ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਝਾੜੂ ਦੇ ਨਾਲ ਨਾ ਇੱਕ ਡੰਡਾ ਲਗਾ ਕੇ ਉਹਨੂੰ ਲੰਬਾ ਕਰ ਲੈਣ, ਤਾਂ ਕਿ ਖੜੇ ਖੜੇ ਹੀ ਝਾੜੂ ਮਾਰ ਲੈਣ, ਝੁਕਣਾ ਨਾ ਪਏ। ਇਸੇ ਤਰ੍ਹਾਂ ਜੋ ਸਟੈਂਡਿੰਗ ਪੋਚਾ ਲੱਗ ਜਾਏ, ਜਿਹਦੇ ਵਿੱਚ ਮਿਲ ਜਾਂਦੇ ਅੱਜ ਕੱਲ੍ਹ ਬਾਜ਼ਾਰੋਂ ਹੀ ਮਿਲ ਜਾਂਦੇ, ਉਹ ਸਟੈਂਡਿੰਗ ਪੋਚਾ ਲਗਾਉਣ। ਫਿਰ ਉਹੀ ਕਾਨੂੰਨ ਦੀ ਗੱਲ ਹੈ ਕਿ ਜੋ ਵੀ ਕੰਮ ਕਰਨਾ ਹੈ, ਕੰਨ, ਮੋਢਾ ਤੇ ਹਿਪਸ ਸਟ੍ਰੇਟ ਲਾਈਨ 90 ਡਿਗਰੀ ਜ਼ਮੀਨ ਤੋਂ ਰਹਿ ਕੇ ਜੋ ਵੀ ਤੁਸੀਂ ਕੰਮ ਕਰੋਗੇ ਉਹਦੇ ਵਿੱਚ ਇਹ ਸੇਫਲੀ ਕਰ ਸਕਦੇ ਆ। ਐਕਸਰਸਾਈਜ਼ ਬਾਰੇ ਕਦੋਂ ਤੋਂ ਕਰਨੀ ਚਾਹੀਦੀ ਸ਼ੁਰੂ? ਐਕਸਰਸਾਈਜ਼ ਦੇ ਵਿੱਚ ਵਾਕਿੰਗ ਅਸੀਂ ਸ਼ੁਰੂਆਤ ਕਰ ਸਕਦੇ ਹਾਂ, ਤੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਜਿਹੜੇ ਪਹਿਲਾਂ ਐਕਟਿਵਲੀ ਵਾਕ ਕਰਦੇ ਸੀਗੇ ਉਹ 1 ਮਹੀਨੇ ਦੇ ਅੰਦਰ ਅੰਦਰ 2-3 ਕਿਲੋਮੀਟਰ ਆਰਾਮ ਨਾਲ 4 ਕਿਲੋਮੀਟਰ ਚੱਲਣਾ ਸ਼ੁਰੂ ਕਰ ਦਿੰਦੇ ਨੇ। ਤੇ ਜੋ ਉਹਨਾਂ ਦੀ ਪੁਰਾਣੀ, ਜੇ ਮੰਨ ਲਓ ਕੋਈ 10 ਕਿਲੋਮੀਟਰ ਪਹਿਲਾਂ ਚੱਲਦਾ ਸੀਗਾ ਤਾਂ ਵਿਦਿਨ 6 ਵੀਕਸ 4 to 6 ਵੀਕਸ ਉਹ ਆਰਾਮ ਨਾਲ ਉਹ ਉਤਨਾ ਡਿਸਟੈਂਸ ਕਵਰ ਕਰਨਾ ਸ਼ੁਰੂ ਕਰ ਦਿੰਦੇ ਨੇ। ਜਿਹੜੇ ਸਪੋਰਟਸਮੈਨ ਜਾਂ ਜਿਹੜੇ ਲੋਕ ਰਨਿੰਗ ਪਹਿਲਾਂ ਕਰਦੇ ਸੀਗੇ ਜਾਂ ਬਹੁਤ ਐਕਟਿਵ ਸੀਗੇ ਸਪੋਰਟਸ ਦੇ ਵਿੱਚ, ਉਹਨਾਂ ਨੂੰ ਸਲੋ ਸਪੀਡ ਦੇ ਉੱਪਰ ਜੋਗਿੰਗ 6 ਵੀਕਸ ਤੋਂ ਪਹਿਲਾਂ ਨਹੀਂ ਕਰਨੀ ਚਾਹੀਦੀ। ਤੇ ਇੱਕ ਵਾਰੀ ਜਦੋਂ ਬਾਡੀ ਦੀ ਸਟਰੈਂਥ ਦੁਬਾਰਾ ਡਿਵੈਲਪ ਹੋਣੀ ਸ਼ੁਰੂ ਹੋ ਜਾਏ, ਫਿਰ ਹਲਕੀ ਸਪੀਡ ਤੇ ਜੋਗਿੰਗ, ਤੇ ਜਿਸ ਤਰ੍ਹਾਂ ਤੁਹਾਡਾ ਸਰੀਰ ਤੁਹਾਨੂੰ ਅਲਾਓ ਕਰਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਆਪਣੀ ਸਪੀਡ ਤੇ ਡਿਸਟੈਂਸ ਦੋਨੋਂ ਵਧਾਉਣੇ ਚਾਹੀਦੇ। ਬਿਲਕੁਲ। ਤੇ ਡਾਕਟਰ ਸਾਹਿਬ, ਹੁਣ ਕਿਉਂਕਿ ਸਮਾਂ ਵੀ ਆਪਣੇ ਕੋਲ ਘੱਟ ਰਿਹਾ, ਪਰ ਜਾਣ ਤੋਂ ਪਹਿਲੇ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਉਹ ਕਿਹੜੀ ਸਟੇਜ 'ਤੇ ਹੁਣ, ਜੇ ਦੁਬਾਰਾ ਆਪਰੇਸ਼ਨ ਤੋਂ ਬਾਅਦ ਵੀ ਦਰਦ ਉੱਠ ਜਾਂਦਾ ਹੈ ਜਾਂ ਫਿਰ ਕਮਰ ਦੀ ਕੋਈ ਪ੍ਰੋਬਲਮ ਆਉਂਦੀ ਹੈ, ਕਦੋਂ ਡਾਕਟਰ ਨੂੰ ਕੰਸਲਟ ਕਰੀਏ? ਜਿਹੜਾ ਇਹ ਆਪਰੇਸ਼ਨ ਦੇ ਬਾਅਦ ਵਾਲੇ ਦਰਦ ਹੁੰਦੇ ਨੇ, ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਇਹ ਲੇਟੇ ਹੋਏ ਜਾਂ ਬੈਠਣ 'ਤੇ ਜ਼ਿਆਦਾ ਹੈ ਤਾਂ ਚੱਲਣ ਦੇ ਨਾਲ ਘੱਟ ਹੋ ਗਿਆ, ਜੋ ਉਲਟ ਹੋ ਗਿਆ। ਸੋ ਇਹ ਦਰਦ ਰਿਕਵਰੀ ਦਾ ਦਰਦ ਹੈ। ਲੇਕਿਨ ਜੇ ਤੁਹਾਨੂੰ ਕੋਈ ਵੀ ਦਰਦ ਜੋ ਆਪਰੇਸ਼ਨ ਦੇ ਪਹਿਲੇ ਵਾਲਾ ਦਰਦ ਸੀਗਾ ਉਸ ਤਰ੍ਹਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਏ, ਤੇ ਉਹ ਟਾਈਮ ਹੈ ਕਿ ਤੁਸੀਂ ਆਪਣੇ ਡਾਕਟਰ ਨੂੰ, ਜਿਨ੍ਹਾਂ ਨੇ ਤੁਹਾਡਾ ਸਰਜਰੀ ਕੀਤੀ ਸੀਗੀ, ਉਹਨਾਂ ਨੂੰ ਤੁਸੀਂ ਪਹਿਲਾਂ ਜਾ ਕੇ ਮਿਲ ਕੇ ਉਹਨਾਂ ਨੂੰ ਦੱਸ ਦਿਓ। ਜੇ ਉਹ ਦਰਦ ਤੇ ਉਹ ਸਿੰਪਟਮ ਸੇਮ ਉਹੀ ਜੋ ਆਪਰੇਸ਼ਨ ਤੋਂ ਪਹਿਲਾਂ ਸੀਗੇ ਉਹੀ ਆਣੇ ਸ਼ੁਰੂ ਹੋ ਜਾਂਦੇ ਨੇ, ਤੇ ਹੋ ਸਕਦਾ ਹੈ ਕਿ ਤੁਹਾਨੂੰ MRI ਇੱਕ ਫਰੈਸ਼ ਕਰਾਉਣਾ ਪਏ। ਤੇ ਲਗਭਗ 3-4% ਪੇਸ਼ੈਂਟਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਪ੍ਰੋਪਰ ਪਰਹੇਜ਼ ਨਹੀਂ ਰੱਖਦੇ, ਤੇ ਉਹਨਾਂ ਨੂੰ ਦੁਬਾਰਾ ਆਪਰੇਸ਼ਨ ਦੀ ਵੀ ਲੋੜ ਪੈ ਜਾਂਦੀ ਹੈ। ਕੋਸ਼ਿਸ਼ ਸਾਡੀ ਇਹੀ ਹੋਣੀ ਚਾਹੀਦੀ ਹੈ ਕਿ ਜਿਹੜਾ ਆਪਰੇਸ਼ਨ ਦੇ ਬਾਅਦ ਵਾਲਾ ਸਮਾਂ ਹੈ ਉਹਦੇ ਵਿੱਚ ਅਸੀਂ ਆਪਣੀ ਬਾਡੀ ਨੂੰ ਇਹ ਮੰਨ ਕੇ ਚੱਲੀਏ ਕਿ ਇੱਕ ਛੋਟੇ ਬੱਚੇ ਦੀ ਬਾਡੀ ਹੈ, ਉਹਨੂੰ ਸੰਭਾਲ ਕੇ ਰੱਖੀਏ ਕਿ ਇੱਕ ਵਾਰੀ ਅੰਦਰ ਜ਼ਖਮ ਪ੍ਰੋਪਰ ਭਰ ਜਾਏ ਤੇ ਫਿਰ ਅਸੀਂ ਨੋਰਮਲ ਸਾਰਾ ਕੰਮ ਜੋ ਹੈ ਉਹ ਸਾਰੀ ਉਮਰ ਕਰਨਾ ਹੀ ਹੈ ਤੇ ਆਰਾਮ ਨਾਲ ਕੀਤਾ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ, ਤੇ ਇਹ ਬਹੁਤ ਹੀ ਅਹਿਮ ਵਿਸ਼ਾ ਸੀ, ਇਸ ਬਾਰੇ ਇੰਨੀ ਡਿਟੇਲ 'ਚ ਤੁਸੀਂ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅੱਜ ਦੇ ਡਾਕਟਰ ਸਪੀਕ ਵਿੱਚ ਇੰਨਾ ਹੀ। ਅਗਲੇ ਹਫਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਜਿਸ ਵਿੱਚ ਅਸੀਂ ਕਰਾਂਗੇ ਚਰਚਾ ਕਿ ਕਿਵੇਂ ਟੈਕਨੋਲੋਜੀ ਜਿਹੜੀ ਹੈ ਉਹ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਵਿੱਚ ਸਹਾਈ ਹੋ ਰਹੀ ਹੈ। ਤੇ ਅਗਲਾ ਐਪੀਸੋਡ ਵੀ ਵੇਖਣਾ ਭੁੱਲਿਓ ਨਾ। ਫਿਲਹਾਲ ਆਪਣਾ ਤੇ ਆਪਣਿਆਂ ਦੀ ਸਿਹਤ ਦਾ ਚੰਗੀ ਤਰ੍ਹਾਂ ਰੱਖਿਓ ਧਿਆਨ। ਦਿਓ ਇਜਾਜ਼ਤ, ਰੱਬ ਰਾਖਾ।